ਸਮੇਲ ਪੌਡਕਾਸਟ ਦੇ ਲੜੀ ਨੰਬਰ 11 ਵਿੱਚ ਮੇਜਰ ਮੰਗਟ ਵੱਲੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅਤੇ ਅਦਬ ਸਤਿਕਾਰ ਨਾਲ ਦੁਨੀਆ ਭਰ ਵਿੱਚ ਬੈਠੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦਾ ਪ੍ਰੋਗਰਾਮ ਆਪਾਂ ਵੱਖੋ ਵੱਖਰੇ ਵਿਸ਼ਿਆਂ ਤੇ ਕਰਾਂਗੇ। ਸੋ ਇਹ ਲੌਂਗ ਵੀਕਐਂਡ ਹੈ। ਸੋ ਪੂਰੀ ਦੁਨੀਆ ਦੇ ਵਿੱਚ ਕੱਲ੍ਹ ਗੁੱਡ ਫਰਾਈਡੇ ਮਨਾਇਆ ਗਿਆ। ਸੋ ਜਿੱਥੇ ਅਸੀਂ ਆਪਣੇ ਤਿਉਹਾਰਾਂ ਬਾਰੇ ਜਾਣਕਾਰੀ ਦਿੰਦੇ ਹਾਂ ਅਤੇ ਨਾਲ ਦੀ ਨਾਲ ਸਾਡੇ ਦਰਸ਼ਕਾਂ ਨੂੰ ਜਿਹੜੇ ਦੁਨੀਆ ਭਰ ਵਿੱਚ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਹ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਦੂਸਰਿਆਂ ਧਰਮਾਂ ਬਾਰੇ, ਦੂਸਰੀਆਂ ਕਮਿਊਨਿਟੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਸੋ ਇਹ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਲੌਂਗ ਵੀਕਐਂਡ ਹੈ। ਸੋ ਲੌਂਗ ਵੀਕਐਂਡ ਇਸ ਕਰਕੇ ਹੈ ਕਿ ਇਹ ਜਿਹੜੀ ਹੈਗੀ ਈਸਟਰ ਆ ਰਹੀ ਹੈ ਅਤੇ ਨਾਲ ਜਿਹੜਾ ਗੁੱਡ ਫਰਾਈਡੇ ਆ ਰਿਹਾ ਹੈ। ਅਸੀਂ ਸਾਰੇ ਹੀ ਇਹਨਾਂ ਛੁੱਟੀਆਂ ਦਾ ਆਨੰਦ ਮਾਣਦੇ ਹਾਂ, ਲੇਕਿਨ ਜਿਹੜੀ ਇਹਨਾਂ ਦੇ ਪਿੱਛੇ ਹਿਸਟਰੀ ਹੈ ਉਹਦੇ ਬਾਰੇ ਅਸੀਂ ਕਈ ਵਾਰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਜਿਸ ਤਰ੍ਹਾਂ ਸਾਡੇ ਬਹੁਤ ਸਾਰੇ ਦਰਸ਼ਕ ਜਾਣਦੇ ਵੀ ਨੇ, ਸੋ ਜਿਹੜਾ ਗੁੱਡ ਫਰਾਈਡੇ ਆ ਉਹ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਇਸ ਦਿਨ ਜੀਸਸ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਈਸਾ ਵੀ ਕਹਿ ਦਿੰਦੇ ਹਾਂ, ਈਸਾ ਮਸੀਹ ਕਹਿ ਲੈਂਦੇ ਹਾਂ, ਅਤੇ ਉਹਨਾਂ ਨੂੰ ਫਰਾਈਡੇ ਦੇ ਦਿਨ ਸਲੀਬ 'ਤੇ ਟੰਗਿਆ ਗਿਆ ਸੀਗਾ। ਫਿਰ ਕਿਉਂ ਟੰਗਿਆ ਗਿਆ ਸੀ ਇਹ ਤੁਸੀਂ ਸਾਰੇ ਹੀ ਜਾਣਦੇ ਹੋ, ਕਿਉਂਕਿ ਸੱਤਾ ਨਾਲ ਉਹਨਾਂ ਦੇ ਜਿਹੜੇ ਵਿਚਾਰਾਂ ਦੀ ਵਿਰੋਧਤਾ ਸੀ ਅਤੇ ਉਹਨਾਂ ਦੇ ਕਾਫੀ ਫਾਲੋਅਰ ਸੀਗੇ ਅਤੇ ਸੱਤਾ ਨੂੰ ਲੱਗਿਆ, ਰੋਮਨ ਅੰਪਾਇਰ ਉਸ ਵਕਤ ਸੀਗਾ, ਤਾਂ ਉਹਨਾਂ ਨੂੰ ਲੱਗਿਆ ਕਿ ਜਿਹੜਾ ਹੈ ਇਹ ਲੋਕਾਂ ਨੂੰ ਭੜਕਾ ਰਿਹਾ ਹੈ। ਤਾਂ ਜਿਸ ਤਰ੍ਹਾਂ ਅਕਸਰ ਜਿਹੜਾ ਰਾਜ ਸੱਤਾ ਕਰਦੀ ਹੈ ਅਤੇ ਉਹ ਜੀਸਸ ਨੂੰ ਵੀ ਸਲੀਬ 'ਤੇ ਟੰਗ ਦਿੱਤਾ ਗਿਆ ਅਤੇ ਉਹਦੇ ਜਿਸਮ ਦੇ ਵਿੱਚ ਕਿੱਲ ਗੱਡ ਦਿੱਤੇ ਗਏ। ਤਾਂ ਉਸ ਵਕਤ ਜੀਸਸ ਦੀ ਉਮਰ ਸਿਰਫ 33 ਸਾਲ ਸੀ। ਸੋ ਇਹ ਜਿਹੜੀ ਘਟਨਾ ਹੈ 33 ਈਸਵੀ ਦੇ ਵਿੱਚ ਵਾਪਰੀ, ਯਰੂਸ਼ਲਮ ਦੇ ਵਿੱਚ ਵਾਪਰੀ। ਤਾਂ ਯਰੂਸ਼ਲਮ ਦੇ ਕੋਲ ਇੱਕ ਛੋਟਾ ਜਿਹਾ ਸਥਾਨ ਹੈ, ਉੱਥੋਂ 1 ਕਿਲੋਮੀਟਰ ਦੀ ਦੂਰੀ 'ਤੇ, ਤਾਂ ਜਿੱਥੇ ਉਹਨਾਂ ਨੂੰ ਸਲੀਬ 'ਤੇ ਟੰਗਿਆ ਗਿਆ। ਅਤੇ ਇਹਨਾਂ ਦਾ ਜਿਹੜਾ ਦਿਨ ਹੈ ਉਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਅਤੇ ਉਸ ਵਕਤ ਭਾਵੇਂ ਉਹਨਾਂ ਦੇ ਕੁਛ ਕੁ ਫਾਲੋਅਰ ਸਨ, ਲੇਕਿਨ ਅੱਜ ਜਿਹੜੀ ਹੈ ਦੁਨੀਆ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਕ੍ਰਿਸਚੀਅਨਟੀ ਜਿਹੜੀ ਹੈ, ਈਸਾਈ ਧਰਮ ਹੈ ਜਿਹੜਾ, ਉਹ ਪੂਰੀ ਗਲੋਬ 'ਤੇ ਫੈਲਿਆ ਹੋਇਆ ਹੈ। ਸੋ ਉਸ ਦੇ ਨਾਲ ਨਾਲ ਦੋਸਤੋ ਈਸਟਰ ਹੈ ਜਿਹੜੀ ਉਹ ਵੀ ਮਨਾਈ ਜਾਂਦੀ ਹੈ। ਤਾਂ ਈਸਟਰ ਕਿਉਂ ਮਨਾਈ ਜਾਂਦੀ ਹੈ ਤਾਂ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਜੀਸਸ ਕ੍ਰਾਈਸਟ ਨੂੰ, ਈਸਾ ਮਸੀਹ ਨੂੰ ਕਬਰ ਦੇ ਵਿੱਚ ਦਫਨਾ ਦਿੱਤਾ ਗਿਆ ਉਹਨਾਂ ਦੀ ਕੁਰਬਾਨੀ ਤੋਂ ਬਾਅਦ, ਜਾਂ ਉਹਨਾਂ ਨੂੰ ਜਦੋਂ ਸਲੀਬ 'ਤੇ ਉਤਾਰਨ ਤੋਂ ਬਾਅਦ। ਅਤੇ ਜਿਹੜੇ ਉਹਨਾਂ ਦੇ ਫਾਲੋਅਰ ਸੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਸੰਡੇ ਵਾਲੇ ਦਿਨ, ਉਸ ਤੋਂ ਤੀਸਰੇ ਦਿਨ ਬਾਅਦ ਦੇ ਵਿੱਚ ਜੀਸਸ ਦੀ ਕਬਰ ਦੇਖੀ ਤਾਂ ਉਹ ਕਬਰ ਜਿਹੜੀ ਖਾਲੀ ਸੀ। ਅਤੇ ਜਿਹੜਾ ਧਾਰਮਿਕ ਵਿਸ਼ਵਾਸ ਹੈ ਉਹ ਹੈ ਕਿ ਜੀਸਸ ਕ੍ਰਾਈਸਟ ਜਿਹੜੇ ਹਨ ਉਹ ਆਪਣੀ ਦੇਹ ਸਮੇਤ ਪਰਮਾਤਮਾ ਕੋਲ ਚਲੇ ਗਏ। ਲੇਕਿਨ ਇਹਦੇ ਪਿੱਛੇ ਸੱਚ ਕੀ ਹੈ, ਇਹ ਤਾਂ ਉਸ ਵਕਤ ਜਿਹੜਾ ਸਮਾਂ ਸੀ ਜਾਂ ਉਸ ਵਕਤ ਜਿਹੜਾ ਲੋਕਾਂ ਦਾ ਵਿਚਾਰ ਸੀ, ਕੀ ਸੀ, ਉਹੀ ਦੱਸ ਸਕਦੇ ਨੇ। ਲੇਕਿਨ ਇਹ ਜਿਹੜਾ ਸੰਡੇ ਹੈ ਉਹ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਜੀਸਸ ਦਾ ਕਬਰ 'ਚੋਂ ਉੱਠਣ ਦਾ ਦਿਨ ਹੈ। ਤਾਂ ਇਸ ਵਕਤ ਪਾਰਟੀਆਂ ਹੁੰਦੀਆਂ ਨੇ, ਤਾਂ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਤਾਂ ਜਦੋਂ ਕੋਵਿਡ ਦਾ ਪ੍ਰਕੋਪ ਨਹੀਂ ਸੀ, ਸੋ ਉਸ ਵਕਤ ਸਟੋਰਾਂ ਦੇ ਵਿੱਚ ਬਹੁਤ ਰੌਣਕਾਂ ਹੋਇਆ ਕਰਦੀਆਂ ਸਨ। ਬੱਚਿਆਂ ਨੂੰ ਬੜਾ ਚਾਅ ਹੁੰਦਾ ਸੀ, ਸਕੂਲਾਂ ਦੇ ਵਿੱਚ ਉਹ ਕੈਂਡੀਆਂ ਲੈ ਕੇ ਜਾਂਦੇ, ਈਸਟਰ ਕੈਂਡੀਆਂ, ਈਸਟਰ ਬੰਨੀਜ਼, ਅਤੇ ਇਸੇ ਪ੍ਰਕਾਰ ਈਸਟਰ ਐਗ। ਤਾਂ ਇਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। 2-3 ਦਿਨ ਪਾਰਟੀਆਂ ਚੱਲਦੀਆਂ ਰਹਿੰਦੀਆਂ ਨੇ, ਈਸਟਰ ਸੰਡੇ, ਈਸਟਰ ਮੰਡੇ। ਤਾਂ ਪੂਰਾ ਹਫ਼ਤਾ ਜਿਹੜਾ ਇਹ ਈਸਾਈ ਭਾਈਚਾਰੇ ਲਈ ਇਹ ਬਹੁਤ ਪਵਿੱਤਰ ਹਫ਼ਤਾ ਹੈ। ਤਾਂ ਅਸੀਂ ਇੱਕ ਵਾਰ ਫੇਰ ਜਿੱਥੇ ਈਸਾਈ ਭਾਈਚਾਰੇ ਨੂੰ ਮੁਬਾਰਕਬਾਦ ਦਿੰਦੇ ਹਾਂ ਇਹਨਾਂ ਪਵਿੱਤਰ ਦਿਨਾਂ ਦੀ, ਉੱਥੇ ਤੁਹਾਨੂੰ ਸਾਰਿਆਂ ਨੂੰ ਇਹ ਜਿਹੜਾ ਲੌਂਗ ਵੀਕਐਂਡ ਹੈ ਇਹ ਤੁਹਾਡਾ ਬਹੁਤ ਵਧੀਆ ਬੀਤੇ। ਤਾਂ ਇਹ ਵੀ ਅਸੀਂ ਦੁਆਵਾਂ ਕਰਦੇ ਹਾਂ। ਸੋ ਦੋਸਤੋ, ਜਿਹੜੇ ਪਿੰਡ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਜੀਸਸ ਨੂੰ ਜਿੱਥੇ ਜਿਹੜਾ ਹੈਗਾ ਉਹ ਉਹਦੇ ਸਲੀਬ 'ਤੇ ਟੰਗਿਆ ਗਿਆ, ਤਾਂ ਉਸ ਦਾ ਜਿਹੜਾ ਨਾਂ ਹੈ ਤਾਂ ਉਹ ਹੈ ਗਲਗੋਥ ਸਥਾਨ ਹੈ। ਇਹ ਤਕਰੀਬਨ ਯਰੂਸ਼ਲਮ ਤੋਂ 1 ਕਿਲੋਮੀਟਰ ਹੈ। ਜੇ ਤੁਸੀਂ ਕਦੇ ਇਜ਼ਰਾਈਲ ਜਾਵੋ ਤਾਂ ਇਹ ਬਹੁਤ ਹੀ ਹਿਸਟੋਰੀਕਲ ਸ਼ਹਿਰ ਹੈ, ਤਾਂ ਇਹਨਾਂ ਥਾਵਾਂ 'ਤੇ ਤੁਸੀਂ ਜ਼ਰੂਰ ਜਾਣਾ। ਸੋ ਲਓ ਫਿਰ ਪ੍ਰੋਗਰਾਮ ਨੂੰ ਲੈ ਕੇ ਅੱਗੇ ਤੁਰਦੇ ਹਾਂ। ਸੋ ਦੋਸਤੋ, ਪਿਛਲੇ ਹਫ਼ਤੇ ਤੁਸੀਂ ਟੈਲੀਵਿਜ਼ਨਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਇੱਕ ਖਬਰ ਦੇਖੀ ਹੋਵੇਗੀ
ਕਿ ਸੁਏਜ਼ ਨਹਿਰ ਹੈ, ਸੁਏਜ਼ ਨਹਿਰ ਦੇ ਵਿੱਚ ਇੱਕ ਮਾਲਵਾਹਕ ਜਹਾਜ਼ ਹੈ ਜਿਹੜਾ ਫਸ ਗਿਆ। ਸੋ ਜਿਸ ਨੇ ਜਿਹੜੀ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਸੀ ਉਹ ਸਾਰੀ ਠੱਪ ਕਰ ਦਿੱਤੀ। ਤੋਂ ਵੱਡਾ ਲਾਈਨ ਅਪ ਹੋ ਗਿਆ। ਤੋਂ ਇੰਨੇ ਜਹਾਜ਼ ਇਕੱਠੇ ਹੋ ਗਏ ਕਿ ਸਪੇਸ ਦੇ ਵਿੱਚੋਂ ਇਹਨਾਂ ਜਹਾਜ਼ਾਂ ਨੂੰ ਵੇਖਿਆ ਜਾ ਸਕਦਾ ਸੀ। ਤੇ ਇਹ ਜਿਹੜੀ ਖਬਰ ਸੀ ਇਹਨੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਤਾਂ ਮਚਾਈ ਹੀ, ਕਿਉਂਕਿ ਜਿਹੜਾ ਇਹ ਬਹੁਤ ਵੱਡਾ ਬਿਜ਼ਨਸ ਹੈ, ਖਾਸ ਕਰਕੇ ਜਿਹੜੀ ਤੇਲ ਦੀ ਢੋਆ ਢੁਆਈ ਹੈ ਉਹ ਇਸੇ ਨਹਿਰ ਰਾਹੀਂ ਹੁੰਦੀ ਹੈ। ਤੋਂ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਉਹ ਅਸਮਾਨਾਂ ਨੂੰ ਜਾ ਛੂਹੀਆਂ। ਤੇ ਇਹ ਭਾਵੇਂ ਜਿਹੜਾ ਹੈ ਜਾਮ ਜਿਹੜਾ ਲੱਗਿਆ ਹੋਇਆ ਸੀ, ਜਿਹੜਾ ਫਸਿਆ ਹੋਇਆ ਜਹਾਜ਼ ਸੀ, ਭਾਵੇਂ ਹੁਣ ਉਸ ਨੂੰ ਕੱਢ ਦਿੱਤਾ ਗਿਆ ਹੈ, ਇਹ ਜਿਹੜਾ ਜਾਮ ਹੈ ਦੁਬਾਰਾ ਤੋਂ ਸ਼ੁਰੂ ਹੋ ਗਿਆ ਹੈ, ਲੇਕਿਨ ਦੁਨੀਆ ਭਰ ਦੀ ਜਿਹੜੀ ਨਜ਼ਰ ਸੀ ਉਹ ਇਸ ਤੇ ਗਈ। ਤੇ ਤੁਹਾਨੂੰ ਯਾਦ ਹੋਵੇਗਾ ਸੋ ਬਚਪਨ ਦੇ ਵਿੱਚ ਜਦੋਂ ਸਾਨੂੰ ਸਿਲੇਬਸ ਪੜ੍ਹਾਇਆ ਜਾਂਦਾ ਸੀ ਤਾਂ ਉਸ ਦੇ ਵਿੱਚ ਜਿਹੜੀ ਸੁਏਜ਼ ਨਹਿਰ ਹੈ ਉਹਦਾ ਜ਼ਿਕਰ ਹੁੰਦਾ ਸੀ ਤੇ ਅਸੀਂ ਉਸ ਨੂੰ ਜਿਹੜਾ ਪੜ੍ਹਦੇ ਵੀ ਰਹੇ ਹਾਂ। ਤੇ ਹੌਲੀ ਹੌਲੀ ਜਿਹੜਾ ਹੈਗਾ ਉਹ ਜਿਹੜਾ ਨਾਂ ਹੈ ਉਹ ਬਹੁਤ ਸਾਰੇ ਮਨਾਂ ਵਿੱਚੋਂ ਸ਼ਾਇਦ ਵਿਸਰ ਗਿਆ ਹੋਵੇ, ਲੇਕਿਨ ਹੁਣ ਇਹਨਾਂ ਖਬਰਾਂ ਨੇ ਉਸ ਨਾਂ ਨੂੰ ਇੱਕ ਵਾਰ ਫੇਰ ਹਾਈਲਾਈਟ ਕਰਕੇ ਸਭ ਦੇ ਅੱਗੇ ਲੈ ਆਂਦਾ ਹੈ। ਸੋ ਦੋਸਤੋ, ਇਹ ਜਿਹੜੀ ਆਪਾਂ ਕਹਿੰਦੇ ਆ ਵੀ ਜਹਾਜ਼ਾਂ ਦੀ ਢੋਆ ਢੁਆਈ ਹੈ, ਇਹ ਤਾਂ ਚੱਲਦੀ ਹੀ ਹੈ। ਸਾਰੀ ਦੁਨੀਆ ਜਿਹੜੀ ਹੈਗੀ ਇਸ ਤੋਂ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਬਿਜ਼ਨਸ ਹੈ ਉਹ ਜੁੜਿਆ ਹੋਇਆ ਹੈ। ਤੇ ਇੱਥੇ ਜਿਹੜਾ ਹੈਗਾ ਉਹ ਬਿਲੀਅਨਾਂ ਦੇ ਹਿਸਾਬ ਨਾਲ ਜਿਹੜਾ ਰੋਜ਼ਾਨਾ ਬਿਜ਼ਨਸ ਹੁੰਦਾ। ਤੇ 350 ਦੇ ਕਰੀਬ ਜਿਹੜੇ ਜਹਾਜ਼ ਨੇ ਤੇਲ ਨਾਲ ਭਰੇ ਹੋਏ ਜਾਂ ਹੋਰ ਸਮਾਨ ਨਾਲ ਭਰੇ ਹੋਏ ਉਹ ਇੱਥੋਂ ਲੰਘਦੇ ਨੇ। ਤੇ ਇਹ ਜਿਹੜੀ ਨਹਿਰ ਹੈ ਇਹ ਇਜਿਪਟ ਦੇ ਖੇਤਰ ਦੇ ਵਿੱਚ ਪੈਂਦੀ ਹੈ, ਤੇ ਜਿਹਨੂੰ ਅਸੀਂ ਮਿਸਰ ਵੀ ਕਹਿ ਲੈਂਦੇ ਹਾਂ। ਤੇ ਇਹ ਇੱਕ ਪਾਸੇ ਦਰਿਆ ਨੀਲ ਨਾਲ ਜੁੜੀ ਹੋਈ ਹੈ, ਤੇ ਦਰਿਆ ਨੀਲ ਜਿੱਥੇ ਡੈਲਟਾ ਬਣਾਉਂਦਾ ਹੈ ਤਾਂ ਉੱਥੋਂ ਜਿਹੜੀ ਹੈਗੀ ਹੈ ਇਹ ਨਹਿਰ ਜਿਹੜੀ ਹੈ ਉਹਦੀ ਸ਼ੁਰੂਆਤ ਹੁੰਦੀ ਹੈ। ਤੇ ਇਹ ਸਦੀਆਂ ਤੋਂ, ਜਦੋਂ ਅਸੀਂ ਪੁਰਾਣਾ ਗ੍ਰੀਕ ਜਾਂ ਇਹਦਾ ਆਪਣੇ ਮਿਸਰ ਦਾ ਇਤਿਹਾਸ ਦੇਖਦੇ ਹਾਂ ਤਾਂ ਜਿਹੜੀਆਂ ਪੁਰਾਣੀਆਂ ਸੱਭਿਅਤਾਵਾਂ ਸੀਗੀਆਂ, ਕਿਉਂਕਿ ਖੇਤੀ ਤਾਂ ਉਦੋਂ ਵੀ ਪ੍ਰਚਲਿਤ ਹੋ ਚੁੱਕੀ ਸੀ, ਤਾਂ ਉਹਨਾਂ ਦੇ ਜਿਹੜੇ ਸਿੰਚਾਈ ਦਾ ਸਾਧਨ ਸੀ ਇਹ ਨਹਿਰਾਂ ਬਣਦੀਆਂ ਸੀ। ਲੇਕਿਨ ਹੌਲੀ ਹੌਲੀ ਜਦੋਂ ਬ੍ਰਿਟਿਸ਼ ਸਾਮਰਾਜ ਪੂਰੀ ਦੁਨੀਆ 'ਤੇ ਫੈਲਿਆ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਬਹੁਤ ਸਾਰਾ ਕੱਚਾ ਮਾਲ ਸੀ ਉਹ ਬਰਤਾਨੀਆ ਲਿਜਾਣਾ ਸ਼ੁਰੂ ਕਰ ਦਿੱਤਾ। ਤਾਂ ਉਹਦੇ ਲਈ ਜਿਹੜੇ ਉਹਨਾਂ ਨੂੰ ਸ਼ਾਰਟਕਟ ਰਸਤੇ ਜਿਹੜੇ ਸਾਨੂੰ ਚਾਹੀਦੇ ਸੀ। ਸੋ ਉਸ ਵਕਤ ਖਿਆਲ ਆਇਆ ਕਿ ਕਿਉਂ ਨਾ ਇਹ ਨਹਿਰ ਨੂੰ ਵੱਡੀ ਕਰਕੇ ਜਾਂ ਡੂੰਘੀ ਕਰਕੇ ਦੋ ਸਮੁੰਦਰਾਂ ਦਾ ਜਿਹੜਾ ਲਿੰਕ ਹੈ ਉਹ ਆਪਸ ਵਿੱਚ ਕਰ ਦਿੱਤਾ ਜਾਵੇ, ਤੇ ਜਿਹੜੇ ਜਹਾਜ਼ ਨੇ ਉਹਨਾਂ ਲਈ ਇਹ ਜਿਹੜਾ ਰਸਤਾ ਹੈ ਉਹ ਤਿਆਰ ਕਰ ਦਿੱਤਾ ਜਾਵੇ। ਸੋ ਇਸੇ ਤਰ੍ਹਾਂ ਹੋਇਆ ਦੋਸਤੋ। 1859 ਦੇ ਵਿੱਚ ਇਸ ਨਹਿਰ ਨੂੰ ਬਣਾਉਣਾ ਸ਼ੁਰੂ ਕੀਤਾ ਗਿਆ, ਇਹਦੀ ਖੁਦਾਈ ਕੀਤੀ ਗਈ, ਤੇ 1869 ਤੱਕ ਇਹ ਨਹਿਰ ਹੈ ਜਿਹੜੀ ਉਹ ਬਣ ਕੇ ਤਿਆਰ ਹੋ ਗਈ। ਸੋ 10 ਸਾਲ ਲੱਗੇ ਇਸ ਨੂੰ ਬਣਾਉਣ ਨੂੰ, ਤੇ 10 ਸਾਲ ਦੇ ਵਿੱਚ ਜਿਹੜਾ ਹੈ ਉਹ ਜਿਹੜੀ ਢੋਆ ਢੁਆਈ ਇਹ ਜਿਹੜੀ ਸ਼ੁਰੂ ਹੋ ਗਈ। 17 ਨਵੰਬਰ 1869 ਨੂੰ ਜਿਹੜਾ ਹੈਗਾ ਉਹਨੂੰ ਖੋਲ੍ਹ ਦਿੱਤਾ ਗਿਆ, ਪਬਲਿਕ ਲਈ ਖੋਲ੍ਹ ਦਿੱਤਾ ਗਿਆ। ਇਹ ਨਹਿਰ 193 ਕਿਲੋਮੀਟਰ ਦੇ ਕਰੀਬ ਦੋਸਤੋ ਜਿਹੜੀ ਹੈਗੀ ਆ ਲੰਬੀ ਹੈ, ਤੇ ਇਹ ਮੈਡੀਟੇਰੀਅਨ ਸੀ ਅਤੇ ਰੈੱਡ ਸੀ ਨੂੰ ਆਪਸ ਵਿੱਚ ਜੋੜਦੀ ਹੈ। ਤੋਂ ਜਿਹਦੇ ਕਰਕੇ ਜਿਹੜਾ 9900 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਫਰਕ ਪੈਂਦਾ ਜੇ ਤੁਸੀਂ ਲੰਡਨ ਨੂੰ ਜਾਣਾ ਹੈ। ਤਾਂ ਕਿੱਥੇ ਤੁਸੀਂ ਦੂਸਰੇ ਜਿਹੜੇ ਹਿੰਦ ਮਹਾਸਾਗਰ ਹੈ, ਅਰਬ ਮਹਾਸਾਗਰ ਹੈ, ਉਹਨਾਂ ਦੇ ਵਿੱਚ ਹੀ ਘੁੰਮ ਕੇ ਜਹਾਜ਼ਾਂ ਨੂੰ ਜਾਣਾ ਪੈਂਦਾ ਸੀ, ਤੇ ਕਿੱਥੇ ਜਿਹੜਾ ਹੈਗਾ ਉਹ ਸਿੱਧਾ ਲੰਘ ਜਾਂਦੇ ਨੇ, ਤੇ ਜਿਹਦੇ ਨਾਲ ਤੁਹਾਡੇ 8 ਦਿਨ ਬਚਦੇ ਨੇ। ਤੇ ਉਮੀਦ ਕਰਦਾ ਹਾਂ ਤੁਸੀਂ ਇਸ ਨਹਿਰ ਦੀ ਜਾਣਕਾਰੀ ਹੋਰ ਲਵੋਗੇ, ਕਿਉਂਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਕੋਈ ਫੇਰ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤੇ ਜਿਹੜੀਆਂ ਤੇਲ ਦੀਆਂ ਕੀਮਤਾਂ ਚੜ੍ਹਦੀਆਂ ਨੇ ਤਾਂ ਉਹਦਾ ਕਈ ਵਾਰ ਸਾਨੂੰ ਕਾਰਨ ਨਹੀਂ ਪਤਾ ਲੱਗਦਾ ਕਿ ਇੱਕਦਮ ਜਿਹੜਾ ਤੇਲ ਦੀਆਂ ਕੀਮਤਾਂ ਨੇ ਉਹ ਕਿਉਂ ਚੜ੍ਹ ਜਾਂਦੀਆਂ ਨੇ। ਤੇ ਜਦੋਂ ਇੱਥੋਂ ਪਿੱਛੋਂ ਸਪਲਾਈ ਬੰਦ ਹੋ ਜਾਂਦੀ ਹੈ ਤੇ ਫਿਰ ਜਿਹੜਾ ਹੈਗਾ ਉਹ ਤੇਲ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਵੱਧ ਜਾਂਦੀਆਂ ਨੇ। ਤੇ 151 ਸਾਲ ਤੋਂ ਇਹ ਲਗਾਤਾਰ ਕੰਮ ਕਰ ਰਹੀ ਹੈ। ਤਾਂ 1967 ਦੇ ਵਿੱਚ 5 ਜੂਨ 1967 ਨੂੰ ਲੜਾਈ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ, ਜੋ 5 ਜੂਨ 1975 ਤੱਕ ਬੰਦ ਰਹੀ। ਤੇ ਹੁਣ ਜਿਹੜੀ ਹੈਗੀ ਆ ਉਹ ਦੁਬਾਰਾ ਤੋਂ ਫੇਰ ਸ਼ੁਰੂ ਹੋ ਗਈ ਹੈ। ਤੇ $9 ਬਿਲੀਅਨ ਦਾ ਜਿਹੜਾ ਅਮਰੀਕਨ $9 ਬਿਲੀਅਨ ਦਾ ਜਿਹੜਾ ਬਿਜ਼ਨਸ ਹੈ ਉਹ ਹਰ ਰੋਜ਼ ਇਸ ਨਹਿਰ ਦੇ ਰਾਹੀਂ ਹੁੰਦਾ ਹੈ। ਸੋ ਦੋਸਤੋ, ਪਿਛਲੇ ਦਿਨਾਂ ਦੇ ਵਿੱਚ ਕੁਝ ਮਾੜੀਆਂ ਘਟਨਾਵਾਂ ਵੀ ਵਾਪਰੀਆਂ ਨੇ, ਤੋਂ ਜਿਨ੍ਹਾਂ ਨੇ ਪੰਜਾਬੀ ਭਾਈਚਾਰੇ ਦੇ ਮਨ ਨੂੰ ਜਿਹੜਾ ਝੰਜੋੜ ਕੇ ਰੱਖ ਦਿੱਤਾ। ਤਾਂ ਮੈਂ ਤੁਹਾਡੇ ਨਾਲ ਕੁਝ ਸ਼ੋਕ ਸੰਦੇਸ਼ ਸਾਂਝੇ ਕਰੂੰਗਾ। ਸੋ ਅਮਰੀਕਾ 'ਚ ਰਹਿੰਦੇ ਪ੍ਰਸਿੱਧ ਬਰਾਡਕਾਸਟਰ ਜੋ ਟੈਲੀਵਿਜ਼ਨ 'ਤੇ ਵੀ ਕਾਫੀ ਸਾਡੇ ਦਰਸ਼ਕਾਂ ਨਾਲ ਜੁੜੇ ਰਹੇ ਨੇ,
ਪੱਤਰਕਾਰ ਵੀ ਸਨ। ਮੇਰੀ ਮੁਰਾਦ ਹਰਵਿੰਦਰ ਰਿਆੜ ਜੀ ਤੋਂ ਹੈ, ਤੇ ਬੜੀ ਨਾਮਵਰ ਬੰਦੇ ਸਨ, ਤੇ ਮੈਂ ਵੀ ਉਹਨਾਂ ਨੂੰ ਅਕਸਰ ਦੇਖਿਆ ਕਰਦਾ ਸੀ ਜਦੋਂ ਜਸ ਟੀਵੀ ਤੇ ਆਇਆ ਕਰਦੇ ਸੀ। ਸੋ ਉਸ ਤੋਂ ਬਾਅਦ ਉਹਨਾਂ ਨੇ ਬਾਜ ਟੀਵੀ ਆਪਣਾ ਜਿਹੜਾ ਉਹ ਸ਼ੁਰੂ ਕੀਤਾ, ਤੇ ਪੰਜਾਬੀ ਰਾਈਟਰਸ ਵੀਕਲੀ ਦੇ ਉਹ ਸੰਪਾਦਕ ਵੀ ਰਹੇ। ਅਚਾਨਕ ਉਹਨਾਂ ਦਾ ਵਿਛੋੜਾ ਹੋ ਗਿਆ, ਅਚਾਨਕ ਉਹ ਸਭ ਨੂੰ ਛੱਡ ਕੇ ਚਲੇ ਗਏ ਨੇ। ਇਸ ਕਾਰਨ ਜਿਹੜਾ ਪੰਜਾਬੀ ਕਮਿਊਨਿਟੀ ਨੂੰ ਗਹਿਰਾ ਸਦਮਾ ਲੱਗਾ ਹੈ। ਸੋ ਇਸੇ ਤਰ੍ਹਾਂ ਦੋਸਤੋ, ਪਿਛਲੇ ਦਿਨੀ ਪ੍ਰਸਿੱਧ ਪੰਜਾਬੀ ਗਾਇਕ ਦਿਲਜਾਨ ਸਾਡੇ ਤੋਂ ਹਮੇਸ਼ਾ ਵਿਛੜ ਗਿਆ। ਤੇ ਦਿਲਜਾਨ ਬੜਾ ਸੁਰੀਲਾ ਗਾਇਕ ਸੀ, ਸੁਰ 'ਚ ਗਾਉਂਦਾ ਸੀ, ਤੇ ਬੜਾ ਉਸਨੇ ਨਾਮ ਕਮਾਇਆ। ਲੇਕਿਨ ਬੜੀ ਛੋਟੀ ਉਮਰ ਦੇ ਵਿੱਚ ਉਹ ਹਮੇਸ਼ਾ ਲਈ ਪੰਜਾਬੀ ਸੰਗੀਤ ਨੂੰ, ਉਹਦੇ ਚਾਹੁਣ ਵਾਲਿਆਂ ਨੂੰ ਛੱਡ ਕੇ ਅਲਵਿਦਾ ਕਹਿ ਗਿਆ ਹੈ। ਇਸੇ ਪ੍ਰਕਾਰ ਦੋਸਤੋ, ਕਹਾਣੀਆਂ ਅਤੇ ਬਾਲ ਸਾਹਿਤ ਲਿਖਣ ਵਾਲੀ ਪੰਜਾਬੀ ਲੇਖਕਾ ਤਾਰਨ ਗੁਜਰਾਲ ਜੀ, ਉਹ ਵੀ ਚਲੇ ਗਏ ਨੇ। ਤੋਂ ਉਹਨਾਂ ਦੇ ਜਾਣ ਨਾਲ ਵੀ ਲੇਖਕ ਭਾਈਚਾਰੇ ਨੂੰ ਗਹਿਰਾ ਸਦਮਾ ਲੱਗਿਆ। ਤੇ ਇਸੇ ਪ੍ਰਕਾਰ ਖੰਨਾ, ਸਮਰਾਲਾ, ਇਸ ਇਲਾਕੇ ਵਿੱਚ ਇੱਕ ਨਾਮਵਰ ਸ਼ਖਸੀਅਤ ਵਜੋਂ ਜਾਣੇ ਜਾਂਦੇ, ਜਿਨ੍ਹਾਂ ਨੇ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਕੰਮ ਕੀਤਾ, ਲੋਕ ਹੱਕਾਂ ਲਈ ਕੰਮ ਕੀਤਾ। ਤੇ ਜਨਾਬ ਤਰਸੇਮ ਬਾਹੀਆ ਜੀ, ਜਿਹੜੇ ਆਪ ਵੀ ਬੜੇ ਅੱਛੇ ਲੇਖਕ ਸਨ, ਤੇ ਉਹ ਵੀ ਸਾਨੂੰ ਛੱਡ ਕੇ ਚਲੇ ਗਏ ਨੇ। ਸੋ ਇਹਨਾਂ ਲੇਖਕਾਂ, ਸਮਾਜ ਸੇਵੀਆਂ ਦੇ ਜਾਣ ਨਾਲ ਕਮਿਊਨਿਟੀ ਨੂੰ ਵੱਡਾ ਘਾਟਾ ਪਿਆ। ਅਸੀਂ ਆਪਣੇ ਅਦਾਰੇ ਵੱਲੋਂ, ਆਪਣੀ ਪੌਡਕਾਸਟ ਵੱਲੋਂ ਤੇ ਪਰਿਵਾਰਾਂ ਦੇ ਦੁੱਖਾਂ ਦੇ ਵਿੱਚ ਸ਼ਰੀਕ ਹਾਂ, ਅਤੇ ਇਸ ਘਾਟੇ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਦੇ ਹਾਂ। ਸੋ ਦੋਸਤੋ, ਤੁਹਾਨੂੰ ਮੈਂ ਇੱਕ ਕਿਤਾਬ ਵੀ ਦਿਖਾਉਣੀ ਹੈ। ਤੇ ਪਿਛਲੇ ਦਿਨੀ ਸਰਨ ਕੁਮਾਰ ਲਿੰਬਾਲੇ, ਉਹਨਾਂ ਦੀ ਇੱਕ ਕਿਤਾਬ ਅਕਰਮਾਸ਼ੀ, ਤੁਸੀਂ ਸ਼ਾਇਦ ਪੜ੍ਹੀ ਹੋਣੀ ਹੈ। ਇਹ ਕਿਤਾਬ ਮੇਰੇ ਕੋਲ ਵੀ ਹੈ, ਤੇ ਬਹੁਤ ਕਮਾਲ ਦੀ ਕਿਤਾਬ ਹੈ। ਸੋ ਇਸ ਨੂੰ ਸਰਸਵਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਤੇ ਇਹ ਕਿਤਾਬ ਜੇ ਤੁਹਾਨੂੰ ਮਿਲੇ ਤਾਂ ਜ਼ਰੂਰ ਪੜ੍ਹਨਾ, ਤੇ ਤੁਹਾਨੂੰ ਪਤਾ ਲੱਗੇਗਾ ਕਿ ਸਾਡੀਆਂ ਸਮਾਜ ਦੀਆਂ ਪਰਤਾਂ ਨੇ, ਉਹਦੇ ਵਿੱਚ ਮਨੁੱਖ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਜੀਵਨ ਵੀ ਜੀ ਰਿਹਾ ਹੈ, ਤੇ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਦੇ ਚੁੱਕੇ ਨੇ। ਪ੍ਰੋਗਰਾਮ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਕੁਝ ਦੋਸਤਾਂ ਦੇ ਸਹਿਯੋਗ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਅਕਸਰ ਸਾਨੂੰ ਪ੍ਰੋਗਰਾਮ ਦੇਖਣ ਤੋਂ ਬਾਅਦ ਆਪਣੇ ਸੰਦੇਸ਼ ਭੇਜਦੇ ਨੇ, ਹੌਸਲਾ ਅਫਜ਼ਾਈ ਦਿੰਦੇ ਨੇ। ਤਾਂ ਉਹਦੇ ਵਿੱਚ ਸੁਖਵਿੰਦਰ ਸਿੰਘ ਓਟਾਲ ਆਸਟ੍ਰੇਲੀਆ ਤੋਂ ਹਮੇਸ਼ਾ ਸਾਨੂੰ ਸੰਦੇਸ਼ ਭੇਜਦੇ ਨੇ ਤੇ ਪ੍ਰੋਗਰਾਮ ਦੀ ਹੌਸਲਾ ਅਫਜ਼ਾਈ ਕਰਦੇ ਨੇ। ਡਾਕਟਰ ਬਲਦੇਵ ਸਿੰਘ ਧਾਲੀਵਾਲ, ਸਾਡੇ ਪ੍ਰਸਿੱਧ ਆਲੋਚਕ ਲੇਖਕ, ਇਹ ਪਟਿਆਲਾ ਤੋਂ ਸਾਨੂੰ ਸੰਦੇਸ਼ ਭੇਜਦੇ ਨੇ ਤੇ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਇਸੇ ਤਰ੍ਹਾਂ ਹਰਜੀਤ ਦਿਓਲ ਸਾਹਿਬ, ਉਹ ਵੀ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਤੇ ਆਪਣੇ ਵਿਚਾਰ ਲੈ ਕੇ ਸਾਡੇ ਤੱਕ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਇਸ 'ਚ ਸ਼ਾਮਿਲ ਹੁੰਦੇ ਰਹਿੰਦੇ ਨੇ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹਰਿੰਦਰ ਕੌਰ ਭੱਠਲ ਕੈਨੇਡਾ ਤੋਂ, ਹਿੰਮਤ ਸਿੰਘ ਕੈਲੀਫੋਰਨੀਆ, ਤੇ ਜਤਿੰਦਰ ਬਾਂਸਲ ਜੀ, ਇਹ ਵੀ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਤੇ ਸਾਡੇ ਇੱਕ ਹੋਰ ਦਰਸ਼ਕ ਨੇ ਬਲਜੀਤ ਕੌਰ ਜੀ ਦਿੱਲੀ ਤੋਂ, ਤਾਂ ਉਹਨਾਂ ਨੇ ਵੀ ਸਾਨੂੰ ਸੰਦੇਸ਼ ਭੇਜਿਆ। ਤਾਂ ਜਿੰਨੇ ਵੀ ਸਾਡੇ ਦਰਸ਼ਕ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਤੇ ਆਪਣੇ ਵਿਚਾਰ YouTube ਤੇ ਜਾਂ ਸੋਸ਼ਲ ਮੀਡੀਆ ਤੇ ਜਾ ਕੇ ਲਿਖਦੇ ਨੇ, ਤੇ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ। ਸੋ ਦੋਸਤੋ, ਜਿਹੜਾ ਕੋਵਿਡ ਦਾ ਪ੍ਰਕੋਪ ਹੈ ਉਹ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ, ਤੇ ਕੈਨੇਡਾ ਦੇ ਵਿੱਚ ਵੀ ਚੱਲ ਰਿਹਾ ਹੈ। ਕੈਨੇਡਾ ਜਿਹੜਾ ਹੈਗਾ ਉਹਦੇ ਵਿੱਚ ਪਿਛਲੇ ਦਿਨੀ ਕੁਝ ਖੁੱਲ੍ਹਾਂ ਦਿੱਤੀਆਂ ਗਈਆਂ ਸਨ, ਲੇਕਿਨ ਜਿਹੜੀ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੈ ਉਹ ਘਟਣ ਦੇ ਵਿੱਚ ਨਹੀਂ ਆ ਰਹੀ। ਸੋ ਹੁਣ ਲਾਸਟ ਖਬਰਾਂ ਮਿਲਣ ਤੱਕ ਇਹ ਪਤਾ ਲੱਗਿਆ ਹੈ ਕਿ ਅੰਟਾਰੀਓ ਸੂਬਾ ਦੁਬਾਰਾ ਤੋਂ ਫੇਰ ਜਿਹੜੀਆਂ ਖੁੱਲ੍ਹਾਂ ਨੇ ਉਹਨਾਂ ਨੂੰ ਵਾਪਸ ਲਿਆ ਜਾ ਸਕਦਾ ਹੈ, ਤੇ ਮੁੜ ਕੇ ਲੋਕਡਾਊਨ ਦੇ ਵਿੱਚ ਜਾ ਸਕਦਾ ਹੈ, ਉਸੇ ਤਰ੍ਹਾਂ ਦੇ ਗੰਭੀਰ ਲੋਕਡਾਊਨ ਦੇ ਵਿੱਚ, ਜਿਹਦੇ ਵਿੱਚ ਜਿਸ ਤਰ੍ਹਾਂ ਜਿਹੜੇ ਆਊਟਡੋਰ ਜਿਮ, ਆਊਟਡੋਰ ਡਾਈਨਿੰਗ ਖੋਲ੍ਹੀ ਗਈ ਸੀ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਵਾਪਸ ਲਿਆ ਜਾ ਸਕਦਾ ਹੈ ਔਰ ਲੈ ਲਿਆ ਜਾਵੇਗਾ। ਤੇ ਤੁਸੀਂ, ਇਹ ਤੁਹਾਡੇ ਹੱਥ 'ਚ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਕੋਨਮੀ ਮੂਵ ਹੋਵੇ, ਜੇ ਤੁਸੀਂ ਚਾਹੁੰਦੇ ਹੋ ਕਿ ਛੇਤੀ ਤੋਂ ਛੇਤੀ ਜਿਹੜਾ ਟਰੈਵਲ ਖੁੱਲ੍ਹੇ, ਜੇ ਤੁਸੀਂ ਚਾਹੁੰਦੇ ਹੋ ਕਿ ਜੀਵਨ ਆਮ ਵਰਗਾ ਹੋਵੇ, ਤਾਂ ਤੁਹਾਨੂੰ ਦੋਸਤੋ ਸਹਿਯੋਗ ਦੇਣਾ ਪਵੇਗਾ। ਤੇ ਅਸੀਂ ਇਕੱਲੇ ਡੱਗ ਫੋਰਡ ਸਾਹਿਬ ਨੂੰ ਬਲੇਮ ਨਹੀਂ ਕਰ ਸਕਦੇ, ਇਹਦੇ ਵਿੱਚ ਸਾਡਾ ਸਾਰਿਆਂ ਦਾ ਹੀ ਹੱਥ ਹੈ। ਜਿਉਂ-ਜਿਉਂ ਕੇਸ ਘਟਣਗੇ ਤਾਂ ਇਕੋਨਮੀ ਆਪਣੇ ਆਪ ਖੁੱਲ੍ਹਦੀ ਚਲੀ ਜਾਵੇਗੀ, ਤੇ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਜਿੱਥੇ ਇਕੋਨਮੀ ਦਾ ਫਿਕਰ ਕਰਦੀਆਂ ਨੇ, ਤੇ ਉੱਥੇ ਜਿਹੜੀ ਲੋਕਾਂ ਦੀ ਜਾਨ ਹੈ ਉਹਨਾਂ ਦਾ ਵੀ ਉਹਨਾਂ ਨੂੰ ਫਿਕਰ ਰਹਿੰਦਾ ਹੈ, ਤਾਂ ਕਿ ਜਿਹੜੇ ਹਸਪੀਟਲ ਨੇ, ਇਹ ਨਾ ਹੋਵੇ ਕਿਤੇ ਲੋਕ ਇੰਨੇ ਬਿਮਾਰ ਹੋ ਜਾਣ ਕਿ ਹਸਪੀਟਲਾਂ ਦੇ ਵਿੱਚ ਥਾਂ ਹੀ ਨਾ ਰਹੇ। ਤੇ ਤੁਸੀਂ ਇਟਲੀ ਦਾ ਹਾਲ, ਤੁਸੀਂ ਹੋਰ ਦੇਸ਼ਾਂ ਦਾ ਹਾਲ ਦੇਖਿਆ ਹੀ ਹੈ ਕਿ ਜਿੱਥੇ ਜਿਹੜਾ ਹੈਗਾ ਉਹ ਮੁਰਦਿਆਂ ਨੂੰ ਦਫਨਾਉਣ ਲਈ ਵੀ ਥਾਂ ਨਹੀਂ ਸੀ ਬਚੀ। ਤੇ ਹਰ ਸਰਕਾਰ ਚਾਹੁੰਦੀ ਹੈ
ਕਿ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਨਾ ਜਾਇਆ ਜਾਵੇ। ਸੋ ਉਮੀਦ ਕਰਦਾ ਹਾਂ ਕਿ ਤੁਸੀਂ ਸਰਕਾਰ ਨੂੰ ਜਿੱਥੇ ਸਹਿਯੋਗ ਦੇਵੋਗੇ ਉੱਥੇ ਨਾਲ ਹੀ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਹਾਂ ਕਿ ਜਿਹੜੇ ਸਰਕਾਰ ਵੱਲੋਂ ਉਪਰਾਲੇ ਕੀਤੇ ਗਏ ਨੇ, ਮਾਸ ਵੈਕਸੀਨੇਸ਼ਨ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ। ਉਹ ਵੰਡਰਲੈਂਡ ਜਿੱਥੇ ਸਾਨੂੰ ਬੜਾ ਚਾਅ ਹੋਇਆ ਕਰਦਾ ਸੀ ਕਿ ਜਿਉਂ ਹੀ ਸਮਰ ਆਵੇਗੀ ਤੇ ਵੰਡਰਲੈਂਡ ਖੁੱਲ੍ਹ ਜਾਵੇਗਾ, ਤੇ ਭੀੜਾਂ ਦੀਆਂ ਭੀੜਾਂ ਬੱਚੇ ਰਾਈਡਾਂ ਲੈਣ ਲਈ ਉੱਥੇ ਜਾਂਦੇ ਸੀ ਤੇ ਕਿੰਨਾ ਇਕੱਠ ਹੁੰਦਾ ਸੀ। ਤੇ ਹੁਣ ਉਹੀ ਵੰਡਰਲੈਂਡ ਜਿਹੜਾ ਸਮੂਹਿਕ ਵੈਕਸੀਨ ਦਾ ਕੇਂਦਰ ਬਣਾਇਆ ਗਿਆ ਹੈ, ਜਿੱਥੇ ਡਰਾਈਵ ਥਰੂ ਵੈਕਸੀਨ ਲਾਈ ਜਾ ਰਹੀ ਹੈ। ਤਾਂ ਜੇ ਤੁਸੀਂ 70 ਸਾਲ ਤੋਂ ਉੱਪਰ ਹੋ ਤਾਂ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਕੇ ਤਾਂ ਇਹਨਾਂ ਵੈਕਸੀਨੇਸ਼ਨ ਸੈਂਟਰਾਂ 'ਤੇ ਜਾਓ, ਆਪਣੀ ਵੈਕਸੀਨ ਲਓ, ਤੇ ਇਸ ਬਿਮਾਰੀ ਤੋਂ ਜਿੱਥੇ ਤੁਸੀਂ ਮੁਕਤ ਹੋਵੋਗੇ ਉੱਥੇ ਜਿਹੜਾ ਤੁਹਾਡਾ ਵੈਕਸੀਨ ਵਾਲਾ ਕਾਰਡ ਹੈ ਉਹਦੇ ਨਾਲ ਤੁਹਾਨੂੰ ਦੂਸਰੀਆਂ ਥਾਵਾਂ 'ਤੇ ਟਰੈਵਲ ਕਰਨ ਲਈ ਵੀ ਕੋਈ ਦਿੱਕਤ ਨਹੀਂ ਆਵੇਗੀ। ਲੇਕਿਨ ਇਤਿਹਾਦ ਤੁਹਾਨੂੰ ਫਿਰ ਵੀ ਵਰਤਣਾ ਪਵੇਗਾ। ਵੈਕਸੀਨ ਲੱਗਣ ਤੋਂ ਬਾਅਦ ਤੁਸੀਂ ਭਾਵੇਂ ਬਿਮਾਰ ਨਾ ਹੋਵੋ, ਲੇਕਿਨ ਜਿਹੜਾ ਤੁਹਾਡਾ ਸਰੀਰ ਹੈ ਉਹ ਜਿਹੜੇ ਕੋਵਿਡ ਦੇ ਕੀਟਾਣੂ ਨੇ ਉਹਨਾਂ ਨੂੰ ਪਿਕ ਕਰਕੇ ਉਹਨਾਂ ਨੂੰ ਲੈ ਕੇ ਦੂਸਰਿਆਂ ਤੱਕ ਫੈਲਾ ਸਕਦਾ ਹੈ, ਤੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੋਵੇਗਾ। ਸੋ ਦੋਸਤੋ, ਪ੍ਰੋਗਰਾਮ ਭਾਵੇਂ ਬੜੀ ਤੇਜ਼ੀ ਨਾਲ ਸਮਾਂ ਦੌੜ ਰਿਹਾ ਹੈ, ਤੇ ਅੰਤ ਤੇ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਕਹਿਣੀਆਂ ਚਾਹੂੰਗਾ। ਤੇ ਇੱਕ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਹੈਗਾ ਪੀੜ੍ਹੀ ਪਾੜਾ, ਉਹ ਸਾਡੇ ਇੱਥੇ ਸਮੱਸਿਆ ਹਮੇਸ਼ਾ ਹੀ ਬਣਦਾ ਰਹਿੰਦਾ ਹੈ, ਕਿਉਂਕਿ ਜਿਹੜੀ ਯੰਗ ਨੌਜਵਾਨ ਪੀੜ੍ਹੀ ਹੈ ਉਹ ਹਮੇਸ਼ਾ ਹੀ ਪੁਰਾਣੀ ਪੀੜ੍ਹੀ ਤੋਂ 20 ਸਾਲ ਅੱਗੇ ਹੁੰਦੀ ਹੈ ਟੈਕਨੋਲੋਜੀ ਦੇ ਵਿੱਚ, ਲਾਈਫ ਸਟਾਈਲ ਦੇ ਵਿੱਚ, ਤੇ ਸਾਨੂੰ ਕਿਤੇ ਤਾਲਮੇਲ ਬਿਠਾਉਣਾ ਪਵੇਗਾ। ਤੇ ਜਿੱਥੇ ਅਸੀਂ ਆਪਣੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਟਰਾਂਸਫਰ ਕਰਨੀਆਂ ਨੇ ਨਵੀਂ ਪੀੜ੍ਹੀ ਤੱਕ, ਤੇ ਉੱਥੇ ਜਿਹੜੀ ਨਵੀਂ ਟੈਕਨੋਲੋਜੀ ਹੈ ਤੇ ਨਵੇਂ ਟ੍ਰੈਂਡ ਨੇ ਉਹ ਅਸੀਂ ਨਵੀਂ ਪੀੜ੍ਹੀ ਕੋਲੋਂ ਸਿੱਖਣਾ ਹੈ। ਤੇ ਕਈ ਵਾਰ ਜਿਹੜਾ ਹੈਗਾ ਜਦੋਂ ਅਸੀਂ ਆਪਣੀ ਜਗ੍ਹਾ ਖੜ੍ਹ ਜਾਂਦੇ ਹਾਂ ਤੇ ਨਵੀਂ ਪੀੜ੍ਹੀ ਆਪਣੀ ਜਗ੍ਹਾ ਖੜ੍ਹ ਜਾਂਦੀ ਹੈ, ਨਾ ਉਹ ਪਿੱਛੇ ਮੁੜਨ ਲਈ ਤਿਆਰ ਹੁੰਦੀ ਹੈ ਤੇ ਨਾ ਹੀ ਅਸੀਂ ਅੱਗੇ ਜਾਣ ਲਈ ਤਿਆਰ ਹੁੰਦੇ ਹਾਂ। ਤੇ ਇੱਥੇ ਜਿਹੜਾ ਫਿਰ ਹੈ ਨਾ ਇੱਕ ਕਿਸਮ ਦਾ ਦਵੰਦ, ਇੱਕ ਕਿਸਮ ਦਾ ਜਿਹੜਾ ਰੋਸ ਹੈ ਜਿਹੜਾ ਉਪਜਦਾ ਹੈ, ਤੇ ਜਿਸ ਨੂੰ ਪੀੜ੍ਹੀ ਪਾੜਾ ਕਿਹਾ ਜਾਂਦਾ ਹੈ। ਪੀੜ੍ਹੀ ਪਾੜਾ ਜਾਂ ਜਨਰੇਸ਼ਨ ਗੈਪ, ਇਸ 'ਤੇ ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਕਾਫੀ ਸਾਰੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ ਤੇ ਲਿਖੀਆਂ ਗਈਆਂ ਨੇ। ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਪਵੇਗਾ। ਅਸੀਂ ਕਿਸੇ ਇੱਕ ਨਾ ਪੁਰਾਣੀ ਪੀੜ੍ਹੀ ਨੂੰ ਦੋਸ਼ ਦੇ ਸਕਦੇ ਹਾਂ, ਨਾ ਨਵੀਂ ਪੀੜ੍ਹੀ ਨੂੰ ਦੇ ਸਕਦੇ ਹਾਂ। ਸਾਨੂੰ ਸਮਝਣਾ ਪਵੇਗਾ ਕਿ ਇਹ ਪੀੜ੍ਹੀ ਪਾੜਾ ਕੀ ਹੈ, ਇਹ ਜਨਰੇਸ਼ਨ ਗੈਪ ਕੀ ਹੈ। ਇਸੇ ਤਰ੍ਹਾਂ ਜਿਹੜਾ ਸੱਭਿਆਚਾਰ ਦੇ ਵਿੱਚ ਜਿਹੜਾ ਵਖਰੇਵਾਂ ਹੈ, ਤੇ ਉਹ ਵੀ ਕਈ ਵਾਰ ਸਾਡੇ ਲਈ ਸਮੱਸਿਆ ਬਣ ਜਾਂਦਾ ਹੈ। ਤੇ ਜਦੋਂ ਸਾਡੇ ਬੱਚੇ ਇੱਥੋਂ ਦੇ ਸੱਭਿਆਚਾਰ ਅਨੁਸਾਰ ਜੀਣਾ ਚਾਹੁੰਦੇ ਨੇ, ਇੱਥੋਂ ਦੇ ਸੱਭਿਆਚਾਰ ਅਨੁਸਾਰ ਪਹਿਰਾਵਾ ਪਾਉਣਾ ਚਾਹੁੰਦੇ ਨੇ, ਇੱਥੋਂ ਦੇ ਸੱਭਿਆਚਾਰ ਅਨੁਸਾਰ ਦੋਸਤੀਆਂ ਕਰਨੀਆਂ ਚਾਹੁੰਦੀਆਂ ਨੇ, ਤਾਂ ਸਾਨੂੰ ਇਹ ਚੀਜ਼ਾਂ ਚੁੱਭਦੀਆਂ ਨੇ ਕਿ ਤਾਂ ਸਾਡੇ ਕਲਚਰ ਦਾ ਹਿੱਸਾ ਨਹੀਂ। ਤੇ ਜਦੋਂ ਹੁਣ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਗਏ ਹਾਂ ਤੇ ਸਾਨੂੰ ਜਿਹੜਾ ਹੈ ਕਾਫੀ ਕੁਛ ਇੱਥੋਂ ਦੇ ਸੱਭਿਆਚਾਰ ਅਨੁਸਾਰ, ਇੱਥੋਂ ਦੇ ਰਹਿਣ ਸਹਿਣ ਅਨੁਸਾਰ ਅਪਣਾਉਣਾ ਪਵੇਗਾ, ਤਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਨੋਰਮਲ, ਸਧਾਰਨ, ਆਮ ਲੋਕਾਂ ਵਾਂਗ ਫੀਲ ਕਰ ਸਕਣ। ਸੋ ਪਿਛਲੇ ਦਿਨੀ ਦੋਸਤੋ ਜਾਰਜ ਫਲੋਇਡ, ਜੋ ਉਹਨਾਂ ਨੂੰ ਅਮਰੀਕਾ ਦੇ ਵਿੱਚ ਜਿਨ੍ਹਾਂ ਦਾ ਕਤਲ ਹੋ ਗਿਆ ਸੀ, ਤਾਂ ਉਹਨਾਂ ਦੇ ਜਿਹੜੇ ਕੇਸ ਦੀ ਜਿਹੜੀ ਸੁਣਵਾਈ ਹੈ ਅਦਾਲਤ ਦੇ ਵੱਲੋਂ ਕੀਤੀ ਜਾ ਰਹੀ ਹੈ, ਤੇ ਉਹ ਵੀ ਜਿਹੜਾ ਕਾਫੀ ਚਰਚਾ ਦੇ ਵਿੱਚ ਹੈ। ਉੱਤਰੀ ਅਮਰੀਕਾ ਦੇ ਵਿੱਚ ਨਸਲਵਾਦ ਹਮੇਸ਼ਾ ਰਿਹਾ ਹੈ ਤੇ ਬੜੇ ਲੁਕਵੇਂ ਰੂਪ ਦੇ ਵਿੱਚ ਰਿਹਾ ਹੈ। ਕਿਵੇਂ ਕੰਮ ਕਰਦਾ ਹੈ ਤੁਸੀਂ ਸਾਰੇ ਜਾਣਦੇ ਹੋ। ਤਾਂ ਇਸ 'ਤੇ ਵੀ ਜਿਹੜਾ ਪੰਜਾਬੀ ਸਾਹਿਤ ਆ ਉਹ ਕਾਫੀ ਲਿਖਿਆ ਗਿਆ ਹੈ ਅਤੇ ਲਿਖਿਆ ਜਾ ਰਿਹਾ ਹੈ। ਇਸ ਕੇਸ ਦੇ ਵਿੱਚ ਕਈ ਨਵੇਂ ਖੁਲਾਸੇ ਹੋਏ ਨੇ। ਤਾਂ ਉਮੀਦ ਕਰਦਾ ਹਾਂ ਕਿ ਤੁਸੀਂ ਟੈਲੀਵਿਜ਼ਨ ਦੇ ਉੱਪਰ ਜਦੋਂ ਦੇਖਦੇ ਹੋ ਤੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਔਰ ਆਪਣੇ ਮਨ ਵਿੱਚ ਇਹ ਵੀ ਬਿਠਾਓਗੇ ਕਿ ਠੀਕ ਹੈ, ਜੇ ਦੂਸਰੀਆਂ ਕਮਿਊਨਿਟੀਆਂ ਨਾਲ ਨਸਲਵਾਦ ਹੋ ਰਿਹਾ ਹੈ ਤਾਂ ਇਹ ਨਹੀਂ ਕਿ ਸਾਡੇ ਨਾਲ ਵਿਤਕਰਾ ਨਹੀਂ ਹੋਵੇਗਾ, ਸਾਡੇ ਨਾਲ ਵੀ ਹੋ ਸਕਦਾ ਹੈ। ਤਾਂ ਜਿੱਥੇ ਵਿਤਕਰਾ ਹੁੰਦਾ ਤਾਂ ਤੁਸੀਂ ਉੱਥੇ ਸਟੈਂਡ ਤਾਂ ਕਰਨਾ ਹੀ ਹੈ, ਤੇ ਨਾਲ ਦੀ ਨਾਲ ਤੁਸੀਂ ਇਹ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਕਿਤੇ ਅਸੀਂ ਤਾਂ ਨਹੀਂ ਦੂਸਰੀਆਂ ਕੌਮਾਂ ਨਾਲ ਵਿਤਕਰਾ ਕਰ ਰਹੇ। ਜਦੋਂ ਅਸੀਂ ਸੋਚਦੇ ਹਾਂ ਕਿ ਉਹ ਫਲਾਣੀ ਕਮਿਊਨਿਟੀ ਦੇ ਕੋਲ ਘਰ ਨਹੀਂ ਰਹਿਣਾ, ਉਹ ਨਹੀਂ, ਅਸੀਂ ਬੱਚਿਆਂ ਨੂੰ ਆਪਣੀ ਫਲਾਣੀ ਕਮਿਊਨਿਟੀ ਨਾਲ ਖੇਡਣ ਨਹੀਂ ਦੇਣਾ, ਜਾਂ ਫਲਾਣੀ ਕਮਿਊਨਿਟੀ ਐਂ ਕਰਦੀ ਆ, ਫਲਾਣੀ ਕਮਿਊਨਿਟੀ ਕ੍ਰਿਮੀਨਲ ਹੈ, ਤਾਂ ਅਸੀਂ ਵੀ ਉਸੇ ਲਾਈਨ ਵਿੱਚ ਜਾ ਖੜਦੇ ਹਾਂ। ਅਸੀਂ ਵੀ ਨਸਲਵਾਦੀ ਹੋ ਜਾਂਦੇ ਹਾਂ। ਤੇ ਇਹ ਨਸਲਵਾਦ ਸਾਡੇ ਨਾਲ ਜਿੱਥੇ ਵਾਪਰਦਾ ਹੈ ਤੇ ਕਈ ਵਾਰ ਅਸੀਂ ਦੂਸਰੀਆਂ ਕਮਿਊਨਿਟੀਜ਼ ਨਾਲ ਵੀ ਕਰਦੇ ਹਾਂ। ਸੋ ਦੋਸਤੋ, ਇਸੇ ਤਰ੍ਹਾਂ ਜਿਹੜਾ ਹੈਗਾ ਉਹ ਜਿਹੜਾ ਫਰਾਈਡੇ ਹੁਣ ਲੰਘ ਕੇ ਗਿਆ, ਸ਼ੁੱਕਰਵਾਰ ਲੰਘ ਕੇ ਗਿਆ ਹੈ, ਇਹ ਚਿਲਡਰਨ ਬੁੱਕਸ ਦਾ ਇੰਟਰਨੈਸ਼ਨਲ ਡੇ ਵਜੋਂ ਮਨਾਇਆ ਗਿਆ। ਤੇ ਜਿਹੜੀਆਂ ਬੱਚਿਆਂ ਲਈ ਕਿਤਾਬਾਂ ਲਿਖੀਆਂ ਜਾਂਦੀਆਂ ਨੇ, ਤੇ ਪੰਜਾਬੀ ਦੇ ਵਿੱਚ ਵੀ ਬੱਚਿਆਂ ਲਈ ਲਿਖਿਆ ਜਾਂਦਾ, ਪਰ ਸਾਡੇ ਪੰਜਾਬੀ ਦੇ ਵਿੱਚ ਇਹ ਗੱਲ ਕਦੇ ਉੱਭਰ ਕੇ ਸਾਹਮਣੇ ਨਹੀਂ ਆਈ ਕਿ ਜਿਹੜਾ ਉਮਰ ਦਾ ਜਿਹੜਾ ਇੱਕ ਹੁੰਦਾ ਵੀ ਕਿ 6 ਸਾਲ ਤੋਂ ਥੱਲੇ ਬੱਚਿਆਂ ਲਈ ਲਿਟਰੇਚਰ ਲਿਖਿਆ ਜਾ ਰਿਹਾ ਹੈ,
ਜਾਂ 10 ਤੋਂ 12 ਸਾਲ ਦੇ ਬੱਚਿਆਂ ਲਈ ਲਿਖਿਆ ਜਾ ਰਿਹਾ ਜਾਂ ਉਦੋਂ ਵੱਡੇ ਬੱਚਿਆਂ ਲਈ ਲਿਖਿਆ ਜਾ ਰਿਹਾ ਹੈ। ਇਹ ਜਿਹੜਾ ਹੈਗਾ ਸਾਨੂੰ ਪੰਜਾਬੀ ਦੇ ਵਿੱਚ ਇਹ ਜਿਹੜਾ ਬੱਚਿਆਂ ਦਾ ਲਿਟਰੇਚਰ ਹੈ ਇਸ ਤੇ ਹੋਰ ਬਹੁਤ ਧਿਆਨ ਦੇਣ ਦੀ ਲੋੜ ਹੈ, ਤੇ ਤਾਂ ਕਿ ਜਿਹੜੇ ਬੱਚੇ ਨੇ ਵਾਕਈ ਇਸ ਨੂੰ ਪੜ੍ਹਨ। ਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਲਿਟਰੇਚਰ ਆ ਉਹ ਲਿਖਿਆ ਜਾਂਦਾ ਹੈ, ਲੇਕਿਨ ਜਿਹੜੇ ਸਾਡੇ ਬੱਚੇ ਨੇ ਉਹਨਾਂ ਤੱਕ ਇਹ ਲਿਟਰੇਚਰ ਬਹੁਤ ਘੱਟ ਪਹੁੰਚਦਾ ਹੈ, ਤੇ ਬੱਚਿਆਂ ਬਾਰੇ ਲਿਖਿਆ ਜਾਂਦਾ ਹੈ ਲੇਕਿਨ ਬੱਚਿਆਂ ਦੇ ਪੱਧਰ ਤੇ ਆ ਕੇ ਬਹੁਤ ਘੱਟ ਲਿਖਿਆ ਜਾਂਦਾ ਹੈ। ਤੇ ਜਿਹਨੂੰ ਬੱਚੇ ਇਹ ਸਮਝਣ, ਤੇ ਅਜੇ ਵੀ ਬੱਚੇ ਨੇ ਜਿਹੜੇ ਉਹ ਕਾਰਟੂਨ, ਮੂਵੀਆਂ ਜਾਂ ਜਿਹੜੀਆਂ ਬੁੱਕਸ ਆਉਂਦੀਆਂ ਨੇ ਉਹਨਾਂ ਤੇ ਹੀ ਨਿਰਭਰ ਨੇ, ਲੇਕਿਨ ਸਾਡੇ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੇ ਸਾਹਿਤ ਦੀ ਬਹੁਤ ਘਾਟ ਹੈ। ਸੋ ਮਾਰਚ ਦਾ ਮਹੀਨਾ ਤਾਂ ਦੋਸਤੋ ਲੰਘ ਚੁੱਕਿਆ ਤੇ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਹੈ, ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜਾ ਕਾਫੀ ਹੈ ਮੌਸਮ ਬਦਲ ਜਾਏਗਾ, ਤੇ ਤੁਸੀਂ ਹੈ ਜਿਹੜਾ ਬਾਹਰ ਘਰਾਂ ਤੋਂ ਨਿਕਲੋਗੇ ਤੇ ਤੁਸੀਂ ਧਿਆਨ ਇਹੀ ਰੱਖਣਾ ਹੈ ਕਿ ਕੋਵਿਡ ਹੈ ਜਿਹੜਾ ਉਹਦਾ ਪ੍ਰਕੋਪ ਅਜੇ ਵੀ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ, ਭਾਵੇਂ ਭਾਰਤ ਹੈ, ਭਾਵੇਂ ਕੈਨੇਡਾ, ਭਾਵੇਂ ਦੁਨੀਆ ਦੇ ਹੋਰ ਮੁਲਕ ਨੇ, ਤੇ ਤੀਸਰੀ ਲਹਿਰ ਹੈ ਜਿਹੜੀ ਇਹਦੀ ਚੱਲ ਰਹੀ ਹੈ। ਤੁਸੀਂ ਆਪ ਵੀ ਸੁਰੱਖਿਅਤ ਰਹਿਣਾ ਹੈ, ਆਪਣੇ ਪਰਿਵਾਰ ਨੂੰ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖਣਾ ਹੈ। ਸੋ ਉਮੀਦ ਕਰਦਾ ਹਾਂ ਦੋਸਤੋ ਅੱਜ ਦੀ ਪੋਡਕਾਸਟ, ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਤੁਹਾਡੇ ਵੱਲੋਂ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰੋਗੇ, ਤੇ ਇਸ ਦੇ ਵਿੱਚ ਤੁਸੀਂ ਕੀ ਸੁਣਨਾ ਵੇਖਣਾ ਚਾਹੁੰਦੇ ਹੋ ਉਸ ਦੀ ਵੀ ਇੱਕ ਗੱਲ ਆਪਾਂ ਕਰਦੇ ਰਹਾਂਗੇ। ਤੁਸੀਂ ਸਾਨੂੰ ਸੰਦੇਸ਼ ਭੇਜੋਗੇ, ਤੁਹਾਡੇ ਸੰਦੇਸ਼ਾਂ ਦੀ ਸਾਨੂੰ ਸ਼ਿੱਦਤ ਨਾਲ ਉਡੀਕ ਰਹੇਗੀ। ਸੋ ਇੱਥੇ ਹੀ ਫਿਰ ਮੇਜਰ ਮੰਕ ਨੂੰ ਆਗਿਆ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ।